ਸਤਿ ਸ਼੍ਰੀ ਅਕਾਲ ਜੀ। ਲਰਨ ਦ ਸਟ੍ਰੈਟੇਜੀ ਵਿਦ alphapd.com 'ਚ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਤੇ ਅੱਜ ਅਸੀਂ ਗੱਲ ਕਰਾਂਗੇ ਰੀਡਿੰਗ ਫਿਲ ਦ ਬਲੈਂਕਸ ਬਾਰੇ। ਇਹ ਰੀਡਿੰਗ ਮੋਡਿਊਲ ਦਾ ਇੱਕ ਬੜਾ ਇੰਪੋਰਟੈਂਟ ਕੁਐਸਚਨ ਟਾਈਪ ਹੈ। ਤੇ ਆਓ ਹੁਣ ਹੋਰ ਜਾਣਦੇ ਹਾਂ ਰੀਡਿੰਗ ਫਿਲ ਦ ਬਲੈਂਕਸ ਕੀ ਹੁੰਦਾ ਹੈ। ਵਾਟ ਆਰ ਰੀਡਿੰਗ ਫਿਲ ਦ ਬਲੈਂਕਸ? ਫਿਲ ਦ ਬਲੈਂਕਸ ਮੀਨਸ ਖਾਲੀ ਥਾਂ ਭਰਨਾ। For this item type, you need to drag and drop words across the screen to correctly fill in the gaps in the text. ਦੋਸਤੋ ਇਸ ਕੁਐਸਚਨ ਟਾਈਪ 'ਚ ਤੁਹਾਡੇ ਸਕਰੀਨ ਤੇ ਇੱਕ ਪੈਸੇਜ ਆਊਗਾ। ਉਸ ਪੈਸੇਜ ਦੇ ਵਿੱਚ ਥੋੜੇ ਗੈਪਸ ਹੋਣਗੇ, ਥੋੜੇ ਖਾਲੀ ਥਾਂ ਹੋਣਗੇ। ਤੁਹਾਨੂੰ ਉਹ ਖਾਲੀ ਥਾਂ ਭਰਨੇ ਨੇ। ਤੁਹਾਡੇ ਕੋਲ ਸ਼ਬਦਾਂ ਦੀ ਸੂਚੀ ਹੋਏਗੀ। ਉਸ ਸ਼ਬਦਾਂ ਦੀ ਸੂਚੀ ਤੋਂ ਤੁਹਾਨੂੰ ਇੱਕ ਸ਼ਬਦ ਜਿਹੜਾ ਕਰੈਕਟ ਹੈਗਾ ਉਹ ਚੁੱਕ ਕੇ ਤੇ ਉਹਨੂੰ ਡਰੈਗ ਕਰਕੇ ਤੁਹਾਨੂੰ ਖਾਲੀ ਥਾਂ ਤੇ ਡ੍ਰੌਪ ਕਰਨਾ ਹੈ ਤੇ ਇਸ ਤਰ੍ਹਾਂ ਤੁਹਾਨੂੰ ਇਹ ਕੁਐਸਚਨ ਟਾਈਪ ਕਰਨਾ ਹੈ। Task: a text appears on screen with several gaps. Drag words from the box below to fill the gaps. ਤੇ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ, ਤੁਹਾਡੇ ਸਕਰੀਨ 'ਚ ਇੱਕ ਪੈਸੇਜ ਆਊਗਾ, ਉਹਦੇ ਵਿੱਚ ਥੋੜੇ ਖਾਲੀ ਥਾਂ ਹੋਣਗੇ ਤੇ ਉਹ ਖਾਲੀ ਥਾਵਾਂ ਨੂੰ ਤੁਹਾਨੂੰ ਸਹੀ ਸ਼ਬਦਾਂ ਦੇ ਨਾਲ ਭਰਨਾ ਹੈ। ਸਕਿੱਲਸ ਅਸੈਸਡ। ਦੋਸਤੋ ਇਸ ਕੁਐਸਚਨ ਟਾਈਪ 'ਚ ਓਨਲੀ ਰੀਡਿੰਗ ਸਕਿੱਲ ਅਸੈਸ ਹੁੰਦਾ ਹੈ ਤੇ ਸਾਰੇ ਦੇ ਸਾਰੇ ਸਕੋਰ ਰੀਡਿੰਗ 'ਚ ਜਾਂਦੇ ਨੇ। ਪ੍ਰੌਮਪਟ ਲੈਂਥ, ਜਿਹੜਾ ਕੁਐਸਚਨ ਹੈ, ਜਿਹੜਾ ਪੈਸੇਜ ਆਉਂਦਾ ਉਹਦੀ ਲੈਂਥ ਵੱਧ ਤੋਂ ਵੱਧ 80 ਸ਼ਬਦਾਂ ਦੀ ਹੁੰਦੀ ਹੈ। ਤੇ ਥੋੜਾ ਹੋਰ ਜਾਣਦੇ ਨੇ ਹੁਣ ਰੀਡਿੰਗ ਫਿਲ ਦ ਬਲੈਂਕਸ ਬਾਰੇ। The reading fill the blanks item requires a single correct answer for each blank. This item tests your ability to use context and grammatical cues to identify words that complete a reading text. ਦੋਸਤੋ ਇਸ ਕੁਐਸਚਨ ਟਾਈਪ 'ਚ ਜ਼ਿਆਦਾਤਰ ਜਿਹੜੇ ਖਾਲੀ ਥਾਂ ਹੁੰਦੇ ਨੇ ਉਹਨਾਂ ਨੂੰ ਭਰਨ ਵਾਸਤੇ ਸਾਨੂੰ ਇੱਕ ਸਿੰਗਲ ਸ਼ਬਦ ਯੂਜ਼ ਕਰਨਾ ਹੁੰਦਾ ਹੈ। ਉਹਦਾ ਆਨਸਰ ਇੱਕ ਸਿੰਗਲ ਸ਼ਬਦ ਹੀ ਹੁੰਦਾ ਹੈ। ਪਰ ਕਦੇ ਕਦਾ ਕਿਸੇ ਰੇਅਰ ਕੇਸ 'ਚ ਜਿਹੜਾ ਹੈ ਦੋ ਸ਼ਬਦਾਂ ਦਾ ਇੱਕ ਸਮੂਹ ਵੀ ਉਹਦਾ ਆਨਸਰ ਹੁੰਦਾ ਹੈ। ਜਿਵੇਂ ਕਹਿ ਲਓ ਬਿਲੀਵਿੰਗ ਇਨ, ਰੇ ਆਫ ਹੋਪ, ਇਹ ਸ਼ਬਦਾਂ ਦਾ ਸਮੂਹ ਜੋ ਹੈ ਇੱਕ ਬਲੈਂਕ ਨੂੰ ਫਿਲ ਕਰਨ ਵਾਸਤੇ ਹੁੰਦਾ ਹੈ। ਤੇ ਜਿਹੜਾ ਇਹ ਕੁਐਸਚਨ ਟਾਈਪ ਹੈ ਇਹਦੇ ਵਿੱਚ ਸਾਡੀ ਐਬਿਲਿਟੀ ਉਸ ਪੈਸੇਜ ਨੂੰ ਸਮਝ ਕੇ ਉਹਦੇ ਵਿਆਕਰਣ ਨੂੰ ਸਮਝ ਕੇ ਜਿਹੜੇ ਜਿੱਦਾਂ ਅਸੀਂ ਉਹਨੂੰ ਹੁਣ ਸੋਲਵ ਕਰਦੇ ਹਾਂ, ਉਹਦੇ ਖਾਲੀ ਥਾਂ ਭਰਦੇ ਹਾਂ, ਸਾਡੀ ਐਬਿਲਿਟੀ ਜਿਹੜੀ ਉਹ ਵਾਲੀ ਜੱਜ ਹੁੰਦੀ ਹੈ। ਨੰਬਰ ਆਫ ਕੁਐਸਚਨਸ 4 ਤੋਂ 5 ਹੁੰਦੇ ਨੇ। ਮਾਰਕਸ ਸਾਨੂੰ 15 ਤੋਂ 18 ਮਿਲਦੇ ਨੇ। ਜਿਹੜੇ ਮਾਰਕਸ ਆ ਉਹ ਇਸ ਤੇ ਡਿਪੈਂਡ ਕਰਦੇ ਨੇ ਕਿ ਜਿਹੜਾ ਪੈਸੇਜ ਆ ਉਹ ਕਿੰਨਾ ਕੰਪਲੈਕਸ ਹੈ ਜਾਂ ਉਹਦੇ ਵਿੱਚ ਕਿੰਨੇ ਖਾਲੀ ਥਾਂ ਹੈਗੇ ਨੇ ਤੇ ਇਹਦੇ ਮਾਰਕਸ ਵੈਰੀ ਕਰਦੇ ਨੇ। ਜਿਹੜੀ ਸਕੋਰਿੰਗ ਹੈ ਉਹਦਾ ਸਾਨੂੰ ਪਾਰਸ਼ਲ ਕ੍ਰੈਡਿਟ ਮਿਲਦਾ ਹੈ। ਇਹਦਾ ਮਤਲਬ ਇਹ ਹੈ ਕਿ ਜੇ ਸਹੀ ਜਵਾਬ ਹੈਗਾ ਤੇ ਸਾਨੂੰ ਸਕੋਰ ਮਿਲੇਗਾ। ਜੇ ਸਾਡਾ ਜਵਾਬ ਗਲਤ ਹੈ, ਜਿਹੜਾ ਖਾਲੀ ਥਾਂ ਅਸੀਂ ਗਲਤ ਭਰਿਆ, ਉਹਦਾ ਸਾਨੂੰ ਸਕੋਰ 0 ਮਿਲੇਗਾ। ਤੇ ਆਓ ਹੁਣ ਜਾਣਦੇ ਹਾਂ ਕਿ ਇਸ ਕੁਐਸਚਨ ਨੂੰ ਅਟੈਂਪਟ ਕਿੱਦਾਂ ਕਰਨਾ ਹੈ। There is a passage with some missing words. ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ, ਤੁਹਾਡੇ ਕੋਲ ਇੱਕ ਪੈਸੇਜ ਆਊਗਾ ਤੁਹਾਡੇ ਸਕਰੀਨ ਤੇ ਜਿਹਦੇ ਵਿੱਚ ਥੋੜੇ ਜਿਹੜੇ ਸ਼ਬਦ ਨੇ ਉਹ ਮਿਸ ਹੋਣਗੇ, ਥੋੜੇ ਖਾਲੀ ਥਾਂ ਹੋਣਗੇ। You have a list of words in the blue box that you can use to fill the gaps in the text. ਤੁਹਾਨੂੰ ਉਸ ਪੈਸੇਜ ਦੇ ਥੱਲੇ ਇੱਕ ਬਲੂ ਬਾਕਸ 'ਚ ਥੋੜੇ ਸ਼ਬਦਾਂ ਦੀ ਸੂਚੀ ਮਿਲੂਗੀ। ਉਸ ਬਾਕਸ 'ਚ ਜਿਹੜੀ ਸ਼ਬਦਾਂ ਦੀ ਸੂਚੀ ਹੈ ਉਨ ਸ਼ਬਦਾਂ ਤੋਂ ਹੀ ਤੁਹਾਨੂੰ ਖਾਲੀ ਥਾਂ ਭਰਨੇ ਨੇ। There are more words than gaps, so you will not use all the words provided. ਸ਼ਬਦਾਂ ਦੀ ਸੂਚੀ 'ਚ ਜਿੰਨੇ ਵਰਡਸ ਹੈ ਉਹ ਖਾਲੀ ਥਾਵਾਂ ਤੋਂ ਜ਼ਿਆਦਾ ਨੇ ਤੇ ਤਾਂ ਕਰਕੇ ਜਦੋਂ ਤੁਸੀਂ ਉਹਨੂੰ ਭਰੋਗੇ ਤੇ ਕੁਝ ਸ਼ਬਦ ਤੁਹਾਡੇ ਫਿਰ ਵੀ ਬਚ ਜਾਣਗੇ ਕਿਉਂਕਿ ਤੁਹਾਡੇ ਥਾਂ ਜਿਹੜੇ ਨੇ ਉਹ ਘੱਟ ਨੇ। Left click on a word to select it. Keep the left mouse button held down and drag the word to the gap where you want to place it. You can also drag words between gaps. ਤੁਹਾਨੂੰ ਮਾਊਸ ਦੇ ਲੈਫਟ ਬਟਨ ਨੂੰ ਕਲਿੱਕ ਕਰਕੇ ਸ਼ਬਦ ਨੂੰ ਸਿਲੈਕਟ ਕਰਨਾ ਹੈ ਤੇ ਤੁਹਾਨੂੰ ਉਸ ਸ਼ਬਦ ਨੂੰ ਡਰੈਗ ਕਰਕੇ ਜਿਸ ਖਾਲੀ ਥਾਂ ਤੇ ਤੁਸੀਂ ਭਰਨਾ ਚਾਹੁੰਦੇ ਹੋ ਉੱਥੇ ਲਿਜਾ ਕੇ ਉਹਨੂੰ ਡ੍ਰੌਪ ਕਰਨਾ ਹੈ। To remove a word from a gap, drag it back to the blue box. ਜੇ ਤੁਹਾਨੂੰ ਲੱਗਦਾ ਜਿਹੜਾ ਸ਼ਬਦ ਤੁਸੀਂ ਹੁਣੇ ਖਾਲੀ ਥਾਂ ਭਰਨ ਵਾਸਤੇ ਡਰੈਗ ਤੇ ਡ੍ਰੌਪ ਕੀਤਾ ਜੇ ਉਹ ਗਲਤ ਹੈਗਾ ਤੇ ਤੁਸੀਂ ਉਹਨੂੰ ਕਿਸੇ ਹੋਰ ਸ਼ਬਦ ਨਾਲ ਰਿਪਲੇਸ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਇਹੋ ਸ਼ਬਦ ਵਾਪਿਸ ਬਲੂ ਬਾਕਸ 'ਚ ਲੈਣਾ ਪੈਣਾ ਹੈ। ਉਹਦੇ ਵਾਸਤੇ ਵੀ ਤੁਹਾਨੂੰ ਉਸ ਸ਼ਬਦ ਨੂੰ ਕਲਿੱਕ ਕਰਕੇ ਡਰੈਗ ਕਰਕੇ ਵਾਪਿਸ ਬਾਕਸ 'ਚ ਛੱਡਣਾ ਹੈ। ਤੇ ਹੁਣ ਅਸੀਂ ਮਾਰਕਿੰਗ ਕ੍ਰਾਈਟੇਰੀਆ ਬਾਰੇ ਜਾਣਦੇ ਨੇ।
The score on reading fill in the blanks is based on following factors. Your response for reading fill in the blanks is judged on your ability to use context and grammatical cues to identify words that complete a reading text. ਤੇ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ, ਰੀਡਿੰਗ ਫਿਲ ਦ ਬਲੈਂਕਸ 'ਚ ਤੁਹਾਡੀ ਐਬਿਲਿਟੀ ਜੱਜ ਹੁੰਦੀ ਹੈ ਕਿ ਕਿਵੇਂ ਤੁਸੀਂ ਕਿਸੇ ਪੈਸੇਜ ਨੂੰ ਪੜ੍ਹ ਕੇ ਉਹਦੇ ਸੰਦਰਭ ਨੂੰ ਤੁਸੀਂ ਸਮਝ ਕੇ ਤੇ ਉਹਦੀ ਵਿਆਕਰਣ ਨੂੰ ਸਮਝ ਕੇ ਤੁਸੀਂ ਕਿੱਦਾਂ ਵਰਡਸ ਸਹੀ ਵਰਡਸ ਚੁਣੇ ਨੇ ਤੇ ਉਹਨਾਂ ਨਾਲ ਤੁਸੀਂ ਖਾਲੀ ਥਾਂ ਭਰੇ ਨੇ. If all the blanks are filled correctly, you receive the maximum score points for this question type. ਜੇ ਤੁਸੀਂ ਸਾਰੇ ਖਾਲੀ ਥਾਂ ਸਹੀ ਭਰਦੇ ਹੋ ਤੇ ਤੁਹਾਨੂੰ ਇਸ ਕੁਐਸਚਨ ਟਾਈਪ 'ਚ ਮੈਕਸਿਮਮ ਸਕੋਰ ਮਿਲਦਾ ਹੈ. If one or more blanks are filled incorrectly, partial credit scoring applies. ਜੇ ਤੁਹਾਡੇ ਇੱਕ ਜਾਂ ਇੱਕ ਤੋਂ ਵੱਧ ਆਨਸਰ ਗਲਤ ਨੇ ਤੇ ਤੁਹਾਨੂੰ ਜਿੰਨੇ ਸਹੀ ਜਵਾਬ ਨੇ ਉਹਦਾ ਸਕੋਰ ਮਿਲੇਗਾ ਤੇ ਜਿੰਨੇ ਜਵਾਬ ਤੁਹਾਡੇ ਗਲਤ ਨੇ ਉਹਦਾ ਸਕੋਰ ਤੁਹਾਨੂੰ ਨਹੀਂ ਮਿਲੇਗਾ. ਤੇ ਇੱਥੇ ਅਸੀਂ ਸਮਝਾਉਣ ਵਾਸਤੇ ਲਿਖਿਆ ਕਿ ਈਚ ਕਰੈਕਟਲੀ ਕੰਪਲੀਟਡ ਬਲੈਂਕ ਦਾ ਮਾਰਕਸ 1 ਹੈ. ਮਨੇ ਕਿ ਇੱਕ ਜਿਹੜਾ ਸਹੀ ਜਵਾਬ ਹੈ ਉਹਦਾ ਸਕੋਰ 1 ਹੈ ਤੇ ਜਿਹੜਾ ਗਲਤ ਜਵਾਬ ਹੈ ਉਹਦਾ ਸਕੋਰ 0 ਹੈ. ਬਟ ਇਹ ਸਮਝਾਉਣ ਲਈ ਲਿਖਿਆ ਇੱਥੇ, ਜਿੱਦਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਪੀਟੀ ਡਿਸਾਈਡ ਕਰਦਾ ਕਿੱਦਾਂ ਇਸ ਕੁਐਸਚਨ 'ਚ ਸਕੋਰਿੰਗ ਹੋਣੀ ਹੈ, ਕਿਉਂਕਿ ਜਿਹੜਾ ਪੈਸੇਜ ਹੈ ਉਹ 'ਤੇ ਡਿਪੈਂਡ ਕਰਦਾ. ਜੇ ਪੈਸੇਜ ਕੰਪਲੈਕਸ ਹੈ ਜਾਂ ਉਹਦੇ ਜਿਹੜੇ ਖਾਲੀ ਥਾਂ ਨੇ ਉਹ ਜ਼ਿਆਦਾ ਨੇ ਨੰਬਰ 'ਚ ਤੇ ਉਹਦੀ ਸਕੋਰਿੰਗ ਜਿਹੜੀ ਹੈ ਉਹ ਵੱਧ ਹੋਣੀ ਹੈ. ਤੇ ਹੁਣ ਅਸੀਂ ਥੋੜੀ ਟਿਪਸ ਬਾਰੇ ਜਾਣਦੇ ਹਾਂ ਕਿੱਦਾਂ ਇਸ ਸਵਾਲ ਨੂੰ ਅਸੀਂ ਹੱਲ ਕਰਨਾ. Fill the easy ones first. There are always some blanks which are easier than the others. Instead of getting stuck at a difficult blank, move on the next and try to fill in all the ones which you find easy. This has two advantages. First of all, you are assured of some marks. Second, this will reduce the number of options remaining, making it easier to fill the other blanks. ਦੋਸਤੋ ਜਦੋਂ ਵੀ ਸਾਨੂੰ ਕੋਈ ਪੈਸੇਜ ਆਉਂਦਾ ਹੈ ਉਹਦੇ ਵਿੱਚ ਥੋੜੇ ਬਲੈਂਕਸ ਇਦਾਂ ਦੇ ਜ਼ਰੂਰ ਹੋਣਗੇ ਜੋ ਈਜ਼ੀ ਹੁੰਦੇ ਨੇ, ਜਿਨ੍ਹਾਂ ਨੂੰ ਦੇਖ ਕੇ ਪੈਸੇਜ ਨੂੰ ਪੜ੍ਹ ਕੇ ਸਾਨੂੰ ਸਮਝ ਆ ਜਾਂਦਾ ਹੈ ਕਿ ਇੱਥੇ ਇਹ ਵਾਲਾ ਸ਼ਬਦ ਆਊਗਾ. ਤੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਸਟ੍ਰੈਟਜੀ ਹੈ ਉਹ ਹੋਣੀ ਚਾਹੀਦੀ ਹੈ ਕਿ ਜਿਹੜੇ ਈਜ਼ੀ ਵਾਲੇ ਨੇ ਉਹਨਾਂ ਨੂੰ ਅਸੀਂ ਪਹਿਲਾਂ ਕਰ ਲਈਏ. ਉਹਦੇ ਦੋ ਫਾਇਦੇ ਨੇ. ਇੱਕ ਤੇ ਜਿਹੜੇ ਈਜ਼ੀ ਵਾਲੇ ਅਸੀਂ ਕਰ ਲਿੱਤੇ ਨੇ ਉਹਦੇ ਮਾਰਕਸ ਸਾਡੇ ਕਨਫਰਮ ਹੋ ਗਏ ਨੇ. ਤੇ ਦੂਜਾ ਫਾਇਦਾ ਇਹ ਹੈਗਾ ਨਾ ਕਿ ਜਦੋਂ ਅਸੀਂ ਈਜ਼ੀ ਵਾਲੇ ਕਰ ਲਿੱਤੇ ਨੇ ਤੇ ਸਾਡੀ ਜਿਹੜੀ ਸ਼ਬਦਾਂ ਦੀ ਸੂਚੀ ਹੈਗੀ ਹੈ ਉਹਦੇ ਵਿੱਚ ਹੁਣ ਕਮ ਸ਼ਬਦ ਬਚ ਗਏ ਨੇ, ਕਮ ਆਪਸ਼ਨਾਂ ਬਚ ਗਈਆਂ ਨੇ ਤੇ ਸਾਨੂੰ ਹੁਣ ਜਿਹੜੇ ਬਾਕੀ ਦੇ ਕਰਨੇ ਨੇ ਖਾਲੀ ਥਾਂ ਉਹਦੇ ਵਾਸਤੇ ਹੁਣ ਸਾਨੂੰ ਘੱਟ ਸ਼ਬਦਾਂ ਚੋਂ ਅਸੀਂ ਹੁਣ ਆਪਣੇ ਜਵਾਬ ਚੁਣਨੇ ਨੇ ਤੇ ਸਾਡਾ ਸਵਾਲ ਜਿਹੜਾ ਪਹਿਲਾਂ ਤੋਂ ਸੌਖਾ ਹੋ ਗਿਆ. Try to pick missing grammar pieces. Look at a blank and then see where it appears in the sentence. What does the sentence need in that place? Is it a noun or verb? For this, it is important you brush up your grammar basics. ਤੇ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇਸ ਕੁਐਸਚਨ ਟਾਈਪ ਨੂੰ ਕਰਨ ਲਈ ਸਾਡੇ ਵਿਆਕਰਣ ਦੀ ਸਮਝ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਕੋਈ ਸੈਂਟੈਂਸ ਪੜ੍ਹਦੇ ਨੇ ਤੇ ਉਸ ਸੈਂਟੈਂਸ ਨੂੰ ਪੜ੍ਹਨ ਨਾਲ ਵੀ ਅਸੀਂ ਸਮਝ ਸਕਦੇ ਨੇ ਕਿ ਵਿਆਕਰਣ ਦੇ ਲਿਹਾਜ਼ ਤੇ ਉੱਥੇ ਕੀ ਆਉਣਾ ਚਾਹੀਦਾ ਉਸ ਖਾਲੀ ਥਾਂ ਤੇ, ਕੀ ਇੱਥੇ ਕੋਈ ਨਾਊਨ ਆਉਣਾ ਚਾਹੀਦਾ ਹੈ, ਕੋਈ ਵਰਬ ਆਉਣੀ ਚਾਹੀਦੀ ਹੈ. ਤੇ ਇਸ ਵਾਸਤੇ ਸਾਡੀ ਵਿਆਕਰਣ ਦੀ ਸਮਝ ਬਹੁਤ ਜ਼ਰੂਰੀ ਹੈ. ਵਿਆਕਰਣ ਦੀ ਸਮਝ ਨੂੰ बढ़ाਉਣ ਵਾਸਤੇ ਤੁਸੀਂ ਅਲਫਾ ਪੀਟੀ ਪੋਰਟਲ 'ਚ ਜਾ ਕੇ ਸਾਡਾ ਗ੍ਰਾਮਰ ਸੈਕਸ਼ਨ ਦੇਖ ਸਕਦੇ ਹੋ. ਉੱਥੇ ਸਾਰੇ ਦੇ ਸਾਰੇ ਗ੍ਰਾਮਰ ਦੇ ਬੇਸਿਕ ਰੂਲਸ ਦੱਸੇ ਹੋਏ ਨੇ. ਤੁਹਾਨੂੰ ਗ੍ਰਾਮਰ ਦੇ ਬੇਸਿਕਸ ਕਲੀਅਰ ਕਰਨੇ ਬਹੁਤ ਜ਼ਰੂਰੀ ਨੇ ਇਸ ਕੁਐਸਚਨ ਨੂੰ ਕਰਨ ਵਾਸਤੇ. Go with simple logic. If you are not confident in your grammar, you can still fill in the blanks by following simple logic. Read the sentence with the blank and ask yourself what kind of word is needed to complete a sentence. For example, if the sentence describes an action, then ask yourself what is needed. ਤੇ ਦੋਸਤੋ ਇਸ ਸਵਾਲ 'ਚ ਜੇ ਥੋੜਾ ਬਹੁਤ ਤੁਹਾਨੂੰ ਵਿਆਕਰਣ ਦੀ ਸਮਝ ਘੱਟ ਹੈਗੀ ਹੈ ਤਾਂ ਵੀ ਤੁਸੀਂ ਇਹ ਸਵਾਲ ਕਰ ਸਕਦੇ ਹੋ. ਤੁਹਾਨੂੰ ਥੋੜਾ ਲੌਜਿਕ ਯੂਜ਼ ਕਰਨਾ ਪੈਣਾ ਹੈ. ਤੁਸੀਂ ਇਹ ਦੇਖ ਸਕਦੇ ਹੋ ਜਦੋਂ ਤੁਸੀਂ ਸੈਂਟੈਂਸ ਪੜ੍ਹਦੇ ਪਏ ਹੋ ਤੁਹਾਨੂੰ ਥੋੜਾ ਬਹੁਤ ਲੌਜਿਕ ਲਗਾਉਣਾ ਪੈਣਾ ਉਸ ਸੈਂਟੈਂਸ 'ਚ ਕਿਹੜੀ ਚੀਜ਼ ਦੀ ਲੋੜ ਪੈ ਰਹੀ ਹੈ, ਕਿਹੜਾ ਸ਼ਬਦ ਉੱਥੇ ਜ਼ਰੂਰੀ ਹੈਗਾ. ਸਪੋਜ਼ ਕੋਈ ਸੈਂਟੈਂਸ ਲਿਖਿਆ ਹੋਇਆ ਜਿਹਦੇ ਵਿੱਚ ਕੋਈ ਐਕਸ਼ਨ ਹੁੰਦਾ ਪਿਆ ਤੇ ਤੁਹਾਨੂੰ ਉਹ ਸੈਂਟੈਂਸ ਦੇਖਣਾ ਹੈ ਕਿ ਹੁਣ ਇਸ ਵਿੱਚ ਕੀ ਚੀਜ਼ ਮਿਸਿੰਗ ਹੈ, ਕਿ ਉਹ ਬੰਦਾ ਮਿਸਿੰਗ ਹੈ ਜੋ ਐਕਸ਼ਨ ਕਰਨ ਵਾਲਾ ਹੈ, ਕਿ ਕੋਈ ਵਰਬ ਮਿਸਿੰਗ ਹੈ ਜਿਹੜਾ ਐਕਸ਼ਨ ਹੁੰਦਾ ਪਿਆ. ਤੇ ਉਸ ਹਿਸਾਬ ਨਾਲ ਤੁਹਾਨੂੰ ਜਿਹੜੇ ਸ਼ਬਦਾਂ ਦੀ ਸੂਚੀ ਮਿਲੀ ਹੋਈ ਹੈ ਉਹਦੇ 'ਚ ਤੁਹਾਨੂੰ ਸਹੀ ਵਰਡ ਪਿਕ ਕਰਨਾ ਹੈ ਤੇ ਉਸ ਖਾਲੀ ਥਾਂ ਨੂੰ ਤੁਸੀਂ ਪੜ੍ਹਨਾ ਹੈ. ਥੋੜੀ ਜਿਹੀ ਹੋਰ ਟਿਪਸ ਅਸੀਂ ਜਾਣਦੇ ਹਾਂ. Evaluate options one by one. A simple approach is to just pick options from the pool one by one.
Put them in blank and see if it completes the sense. Does it make sense? Is the meaning logical? You will be able to fill in a lot of blanks using this approach. ਦੋਸਤੋ ਇੱਕ ਹੋਰ ਸਿੰਪਲ ਅਪਰੋਚ ਹੈਗੀ ਕਿ ਜਿਹੜਾ ਵੀ ਤੁਸੀਂ ਖਾਲੀ ਥਾਂ ਕਰਨ ਲੱਗੇ ਹੋ ਤੁਸੀਂ ਉਹਦੇ ਵਿੱਚ ਇੱਕ ਇੱਕ ਕਰਕੇ ਜਿਹੜੇ ਤੁਹਾਨੂੰ ਸ਼ਬਦ ਮਿਲੇ ਹੋਏ ਨੇ ਸੂਚੀ 'ਚ ਉਹਦੇ ਵਿੱਚ ਇੱਕ ਇੱਕ ਕਰਕੇ ਤੁਸੀਂ ਸ਼ਬਦ ਜੋੜ ਕੇ ਦੇਖੀ ਜਾਓ ਤੇ ਜਿਹੜੇ ਸ਼ਬਦ ਨਾਲ ਤੁਹਾਨੂੰ ਸੈਂਸ ਕੰਪਲੀਟ ਹੁੰਦੀ ਨਜ਼ਰ ਆਉਂਦੀ ਹੈ ਜਿਹਦੇ ਨਾਲ ਤੁਹਾਡਾ ਪੈਸੇਜ ਦੇ ਸੈਂਸ ਬੰਦੀ ਪਈ ਹੈ ਜਿਹੜਾ ਤੁਹਾਨੂੰ ਲੌਜੀਕਲ ਲੱਗਦਾ ਉਹ ਸ਼ਬਦ ਉੱਥੇ ਆਉਣਾ ਚਾਹੀਦਾ ਹੈ read something every day. Make it a habit to read something every day. ਦੋਸਤੋ ਇਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ ਸਾਡੀ ਵੋਕੈਬਲਰੀ ਦਾ ਜਿਹੜਾ ਸਾਡਾ ਸ਼ਬਦਕੋਸ਼ ਹੈ ਜਾਂ ਸਾਡੀ ਜਿਹੜੀ ਸ਼ਬਦਾਂ ਦੀ ਨੌਲੇਜ ਹੈਗੀ ਹੈ ਉਹ ਹੋਣੀ ਵੀ ਬਹੁਤ ਜ਼ਰੂਰੀ ਹੈ ਤੇ ਉਹਦੇ ਵਾਸਤੇ ਤੁਸੀਂ ਰੀਡਿੰਗ ਦੀ ਹੈਬਿਟ ਪਾਓ ਤੁਸੀਂ ਡੇਲੀ ਕੁਝ ਪੜੋ ਤੁਸੀਂ ਨਿਊਜ਼ਪੇਪਰ ਪੜੋ ਤੁਸੀਂ ਜਰਨਲ ਵੈਬਸਾਈਟ ਦੇਖੋ ਹੋਰ ਨਹੀਂ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਅਲਫਾ ਪੀਟੀ ਦੇ ਪੋਰਟਲ ਤੋਂ ਸਟਾਰਟ ਕਰੋ ਸਾਡੇ ਅਲਫਾ ਪੀਟੀ ਪੋਰਟਲ 'ਚ ਇੱਕ ਡਿਕਸ਼ਨਰੀ ਦਾ ਫੀਚਰ ਹੈਗਾ ਇੱਥੇ ਇੱਕ ਵੋਕੈਬਲਰੀ ਬੈਂਕ ਦਾ ਫੀਚਰ ਹੈਗਾ ਤੇ ਸਾਡੇ ਅਲਫਾ ਪੀਟੀ ਪੋਰਟਲ 'ਚ ਕਮ ਘੱਟ ਤੋਂ ਘੱਟ 400 ਕੁਐਸਚਨ ਨੇ ਰੀਡਿੰਗ ਫਿਲ ਦ ਬਲੈਂਕਸ ਦੇ ਤੇ ਜੇ ਤੁਸੀਂ ਉਹ ਕੁਐਸਚਨਸ ਵੀ ਕਰ ਲੈਂਦੇ ਹੋ ਤੁਹਾਡੀ ਵੋਕੈਬਲਰੀ ਬਹੁਤ ਇੰਪਰੂਵ ਹੋ ਜਾਏਗੀ ਜਦੋਂ ਤੁਸੀਂ ਉਹ ਕੁਐਸਚਨਸ ਕਰਦੇ ਹੋ ਤੇ ਜਿਹੜਾ ਕੋਈ ਵਰਡ ਤੁਹਾਨੂੰ ਮੁਸ਼ਕਿਲ ਲੱਗਦਾ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਥੋੜਾ ਪਤਾ ਹੈਗਾ ਵਰਡ ਦਾ ਪਰ ਤੁਸੀਂ ਉਹਦਾ ਮਤਲਬ ਭੁੱਲ ਜਾਂਦੇ ਹੋ ਉਹਦਾ ਦੇ ਵਰਡਸ ਜਿਹੜੇ ਨੇ ਤੁਸੀਂ ਵੋਕੈਬਲਰੀ ਬੈਂਕ ਜਿਹੜਾ ਫੀਚਰ ਹੈ ਅਲਫਾ ਪੀਟੀ ਪੋਰਟਲ 'ਚ ਤੁਸੀਂ ਵੋਕੈਬਲਰੀ ਬੈਂਕ 'ਚ ਉਹਦਾ ਦੇ ਵਰਡਸ ਪਾ ਦਿਓ ਤੇ ਇਦਾਂ ਤੁਹਾਡੀ ਇੱਕ ਲਿਸਟ ਤਿਆਰ ਹੋ ਜਾਏਗੀ ਮੁਸ਼ਕਿਲ ਵਰਡਸ ਦੀ ਤੇ ਜਦੋਂ ਤੁਹਾਡਾ ਐਗਜ਼ਾਮ ਆਉਣ ਵਾਲਾ ਹੋਗਾ ਤਾਂ 2 ਦਿਨ ਪਹਿਲੇ ਤੁਸੀਂ ਇਹੀ ਵੋਕੈਬਲਰੀ ਬੈਂਕ ਰੈਫਰ ਕਰ ਸਕਦੇ ਹੋ ਤੁਹਾਡੇ ਜਿੰਨੇ ਵੀ ਸ਼ਬਦ ਤੁਸੀਂ ਉੱਥੇ ਪਾਏ ਸੀ ਜਿਹੜੇ ਥੋੜੇ ਮੁਸ਼ਕਿਲ ਮੀਨਿੰਗ ਵਾਲੇ ਸੀ ਹੁਣ ਤੁਸੀਂ ਉਹਨਾਂ ਨੂੰ ਬੜੀ ਜਲਦੀ ਦੇਖ ਕਰ ਤੇ ਰਿਵਾਈਜ਼ ਕਰ ਸਕਦੇ ਹੋ ਤੇ ਇਸ ਦੇ ਇਲਾਵਾ ਤੁਸੀਂ ਹੋਰ ਵੀ ਆਰਟੀਕਲਸ ਆਪਣੇ ਡੇਲੀ ਬੇਸਿਸ ਤੇ ਪੜ੍ਹ ਸਕਦੇ ਹੋ ਆਪਣੀ ਜਿਹੜੀ ਵੋਕੈਬਲਰੀ ਹੈ ਉਹ बढ़ा ਸਕਦੇ ਹੋ ਵੋਕੈਬਲਰੀ ਵਧਾਉਣ ਨਾਲ ਤੁਹਾਡਾ ਇਹ ਕੁਐਸਚਨ ਸੋਲਵ ਕਰਨਾ ਪਹਿਲਾਂ ਤੋਂ ਸੌਖਾ ਹੋ ਜਾਏਗਾ ਥੋੜੀ ਹੋਰ ਟਿਪਸ ਜਾਣਦੇ ਆ ਇਸ ਕੁਐਸਚਨ ਨੂੰ ਕਰਨ ਵਾਸਤੇ go through the word list a good vocabulary is essential for any English exam but especially useful in this question type ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਸ ਕੁਐਸਚਨ ਟਾਈਪ ਲਈ ਵੋਕੈਬਲਰੀ ਚੰਗੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਤੁਸੀਂ ਵੋਕੈਬਲਰੀ ਬੈਂਕ ਦਾ ਫੀਚਰ ਯੂਜ਼ ਕਰੋ ਤੁਸੀਂ ਆਪਣੀ ਵੋਕੈਬਲਰੀ ਦੀ ਲਿਸਟ ਬਣਾਓ ਤੁਸੀਂ ਉਹਨੂੰ ਰੈਫਰ ਕਰੋ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਤੁਸੀਂ ਉਹਨੂੰ ਰਿਵਾਈਜ਼ ਕਰੋ get to know co-locations co-location ਕੀ ਹੁੰਦਾ ਹੈ co-location is a group of words that frequently appear together co-location ਸ਼ਬਦਾਂ ਦੇ ਸਮੂਹ ਨੂੰ ਕਹਿੰਦੇ ਨੇ ਜਿਹੜੇ ਹਮੇਸ਼ਾ ਇਕੱਠੇ ਆਉਂਦੇ ਨੇ ਕਿਸੇ ਵੀ ਭਾਸ਼ਾ 'ਚ ਤੇ ਇਹ ਸਾਰੀਆਂ ਭਾਸ਼ਾ 'ਚ ਹੁੰਦੇ ਨੇ ਇਹ ਸਾਡੀ ਹਿੰਦੀ ਭਾਸ਼ਾ 'ਚ ਵੀ ਹੈਗੇ ਨੇ ਇਹ ਸਾਡੀ ਇੰਗਲਿਸ਼ ਭਾਸ਼ਾ 'ਚ ਵੀ ਹੈਗੇ ਨੇ ਤੇ ਇਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ ਜੇ ਤੁਹਾਨੂੰ co-location ਦੀ ਸਮਝ ਹੈਗੀ ਤੇ ਜੇ ਤੁਹਾਨੂੰ co-locations ਬਾਰੇ ਪਤਾ ਹੈ ਤੇ ਉਹ ਵੀ ਬੜਾ ਹੀ ਹੈਲਪਫੁਲ ਹੈਗਾ ਕਿਉਂਕਿ ਜੇ ਤੁਹਾਡੇ ਖਾਲੀ ਥਾਵਾਂ 'ਚ ਤੁਹਾਡੇ co-location ਦਾ ਇੱਕ ਵਰਡ ਦਿੱਤਾ ਹੋਇਆ ਤੇ ਦੂਜਾ ਵਾਲਾ ਜਿਹੜਾ ਖਾਲੀ ਥਾਂ ਹੈਗੀ ਤੇ ਤੁਸੀਂ co-location ਦੀ ਸਮਝ ਰੱਖਦੇ ਹੋਏ ਦੂਜਾ ਵਰਡ ਆਇਡੈਂਟੀਫਾਈ ਕਰ ਸਕਦੇ ਹੋ ਤੇ ਆਓ ਹੁਣ ਅਸੀਂ ਇਹੀ ਕੁਐਸਚਨ ਟਾਈਪ ਇੱਕ ਐਗਜ਼ਾਮਪਲ ਨਾਲ ਹੋਰ ਸਮਝਦੇ ਨੇ ਸਾਡੇ ਕੋਲ ਇਹ ਪੈਸੇਜ ਹੈਗਾ ਹੈ ਤੇ ਇਹ ਜਿਹੜੀ ਹੈ ਸ਼ਬਦਾਂ ਦੀ ਸੂਚੀ ਜਿਹੜੀ ਹੈ ਥੱਲੇ ਦਿੱਤੀ ਹੋਈ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਪੈਸੇਜ ਪੜ੍ਹ ਕੇ ਵੇਖਦੇ ਹਾਂ ਕਿ ਇਸ ਪੈਸੇਜ ਨੂੰ ਕਿੱਦਾਂ ਅਸੀਂ ਸਮਝਦੇ ਹਾਂ Charles Darwin knew intuitively that tropical forests were places of dash intricacy and energy. He and his cohort of scientific naturalists were dashed by the beauty of neotropics, where they collected tens of thousands of dash new to science. But they couldn't have guessed at the complete contents of the rainforest, and they had no idea of its dash to humankind. ਤੇ ਸਾਨੂੰ ਥੱਲੇ ਵਰਡਸ ਦਿੱਤੇ ਹੋਏ ਨੇ ਤੇ ਸਭ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਕੁਐਸਚਨ ਟਾਈਪ ਨੂੰ ਕਰਨ ਲਈ ਸਭ ਤੋਂ ਪਹਿਲਾਂ ਸਟ੍ਰੈਟਜੀ ਇਹ ਹੈਗੀ ਜਿਹੜੇ ਈਜ਼ੀ ਨੇ ਜਿਹੜੇ ਤੁਹਾਨੂੰ ਪਹਿਲਾਂ ਹੀ ਦੇਖਦੇ ਸਮਝ ਆ ਗਏ ਨੇ ਉਹਨਾਂ ਨੂੰ ਤੁਸੀਂ ਪਹਿਲਾਂ ਕਰ ਲਓ ਜਿੱਦਾਂ ਮੈਂ ਇਹਨੂੰ ਪੜ੍ਹਦੇ ਹੋਏ ਸਮਝ ਗਈ ਸੀ ਕਿ ਜਿਹੜੇ ਇਹ ਦੋ ਨੇ ਬਟ neotropics where they collected tens of thousands of dash new to science ਤੇ ਇੱਥੇ species ਆਣਾ ਚਾਹੀਏ tens of thousands of species new to science ਕਿਉਂਕਿ ਇੱਥੇ people ਤੇ ਆਣ ਸਕਦਾ people ਤੇ collect ਨਹੀਂ ਕਰਨਗੇ ਇਹ species ਦੀ collect ਕਰਨਗੇ ਤੇ species word ਇੱਥੇ ਜਿਹੜਾ ਹੈ ਉਹੀ ਫਿਟ ਪੈਂਦਾ ਹੈ
ਨਾਲੇ ਹੁਣ ਅਸੀਂ ਦੇਖਦੇ ਹਾਂ ਬਟ ਦੇ couldn't have guessed at the complete contents of the rainforest and they had no idea of its value। ਜਿਹੜੇ ਵੀ ਸ਼ਬਦਾਂ ਦੀ ਸੂਚੀ ਹੈਗੀ ਉਹਦੇ ਵਿੱਚ value word ਜਿਹੜਾ ਹੈ ਉਹ ਇੱਥੇ ਸਹੀ ਬੈਠਦਾ ਹੈ ਤੇ they had no value they had no idea of its value to humankind। ਤੇ ਹੁਣ ਅਸੀਂ ਜਿਹੜੇ ਦੋ ਸ਼ਬਦ ਨੇ ਉਹ ਅਸੀਂ ਜਦੋਂ ਫਿਲ ਕਰ ਲਾਂਗੇ ਤਾਂ ਸਾਡੇ ਲਈ ਇਹ ਜਿਹੜੇ ਬਾਕੀ ਕਰਨ ਵਾਸਤੇ ਹੁਣ ਸਾਨੂੰ 8 ਦੀ ਬਜਾਏ ਓਨਲੀ 6 ਸ਼ਬਦਾਂ ਨੂੰ ਹੋਰ ਵੇਖਣਾ ਹੈ ਸਾਡੇ ਲਈ ਜਿਹੜਾ ਬਾਕੀ ਖਲਤਾ ਭਰਨ ਵਾਸਤੇ ਸਾਡਾ ਜਿਹੜਾ ਕੰਮ ਹੈ ਉਹ ਹੁਣ ਥੋੜਾ ਸੌਖਾ ਹੋ ਗਿਆ। ਤੇ ਸਭ ਤੋਂ ਪਹਿਲਾ ਵਾਲਾ ਫਿਰ ਤੋਂ ਦੇਖਦੇ ਹਾਂ ਚਾਰਲਸ ਡਾਰਵਿਨ ਨਿਊ ਇੰਟੂਟਿਵਲੀ that tropical forests were places of dash intricacy। ਇੱਥੇ ਕੁਝ ਗੱਲ ਹੁੰਦੀ ਪਈ ਹੈ ਕਿ dash intricacy and energy ਬਹੁਤ ਜ਼ਿਆਦਾ intricacy and energy तो ਉਹਦੇ ਵਾਸਤੇ word tremendous ਆਊਗਾ tremendous intricacy and energy। ਤੇ ਉਹਦੇ ਬਾਅਦ he and his cohort of scientific naturalists were dash by the beauty। they were ਹੈਰਾਨ ਹੋ ਗਏ ਮਤਲਬ awed by the beauty। ਇੱਥੇ word awed ਆਏਗਾ where they collected tens of thousands ਜਿੱਦਾਂ ਅਸੀਂ ਪਹਿਲਾਂ ਬਤਾ species new to science but they couldn't have guessed at the complete contents of the rainforest and they had no idea of its value to humankind। ਤੇ ਇਸਦਾ ਅਸੀਂ ਆਪਣਾ ਕੁਐਸਚਨ ਕਰ ਸਕਦੇ ਹਾਂ। ਤੇ ਦੋਸਤੋ ਰੀਡਿੰਗ ਮੋਡਿਊਲ 'ਚ ਟਾਈਮ ਮੈਨੇਜਮੈਂਟ ਬਹੁਤ ਇੰਪੋਰਟੈਂਟ ਹੈ ਰੀਡਿੰਗ ਫਿਲ ਦ ਬਲੈਂਕਸ 'ਚ ਟਾਈਮ ਮੈਨੇਜਮੈਂਟ ਬਹੁਤ ਇੰਪੋਰਟੈਂਟ ਹੈ। ਤੇ ਇਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ ਤੁਸੀਂ ਸਾਡੇ ਪੋਰਟਲ 'ਚ ਤੁਸੀਂ ਇਹ ਕੁਐਸਚਨ ਟਾਈਪ ਟਾਈਮ ਟਰੈਕਰ ਦੇ ਨਾਲ ਕਰ ਸਕਦੇ ਹੋ। ਤੇ ਜਦੋਂ ਤੁਸੀਂ ਕੁਐਸਚਨ ਕਰ ਲਓਗੇ ਤੇ ਟਰੈਕਰ ਤੁਹਾਨੂੰ ਦੱਸੇਗਾ ਤੁਸੀਂ ਉਸ ਕੁਐਸਚਨ ਨੂੰ ਕਰਨ ਵਾਸਤੇ ਕਿੰਨਾ ਟਾਈਮ ਦਿੱਤਾ ਹੈ। ਇਸ ਤਰ੍ਹਾਂ ਤੁਸੀਂ ਟਾਈਮ ਮੈਨੇਜਮੈਂਟ ਨੂੰ ਵੀ ਇੰਪਰੂਵ ਕਰ ਸਕਦੇ ਹੋ। ਦੋਸਤੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਫੇਸਬੁੱਕ 'ਚ ਫੋਲੋ ਕਰ ਸਕਦੇ ਹੋ ਤੇ ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ।